11th ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟ, ਮਾਈ ਸੈਲਫ ਸੁਨੀਲ, ਯੂਅਰ ਇੰਗਲਿਸ਼ ਟੀਚਰ। ਟੂਡੇ ਵੀ ਵਿਲ ਡੂ ਲੈਸਨ ਨੰਬਰ 4, ਯੂਅਰ ਇੰਗਲਿਸ਼ ਸਿਲੇਬਸ, ਲਿਬਰਟੀ ਐਂਡ ਡਿਸਿਪਲਨ। ਦਿਸ ਲੈਸਨ ਇਜ਼ ਰਿਟਨ ਬਾਏ ਵਿਲੀਅਮ ਸਲਿਮ। ਤਾਂ ਪਿਆਰੇ ਬੱਚਿਓ, ਲਿਬਰਟੀ ਔਰ ਡਿਸਿਪਲਨ ਦੀ ਆਪਾਂ ਜਿਹੜੀ ਡਿਟੇਲ ਸਮਰੀ ਅੱਜ ਆਪਾਂ ਪੜ੍ਹਾਂਗੇ, ਤਾਂ ਸਾਰੇ ਬੱਚੇ ਬੜੇ ਧਿਆਨ ਨਾਲ ਸੁਣਨਗੇ। ਤਾਂ ਆਪਾਂ ਸਟਾਰਟ ਕਰਦੇ ਹਾਂ। ਲਿਬਰਟੀ ਇਜ਼ ਦਾ ਫਰੀडम ਟੂ ਥਿੰਕ ਵਾਟ ਵੀ ਲਾਈਕ। ਕੀ ਕਹਿੰਦੇ ਨੇ? ਲਿਬਰਟੀ ਕਹਿੰਦੀ ਆਜ਼ਾਦੀ। ਆਜ਼ਾਦੀ ਕੀ ਹੈ? ਉਹ ਸੋਚਣ ਦੀ ਸੁਤੰਤਰਤਾ ਹੈ, ਜੋ ਅਸੀਂ ਸੋਚਣਾ ਚਾਹੁੰਦੇ ਹਾਂ, ਜੋ ਅਸੀਂ ਪਸੰਦ ਕਰਦੇ ਹਾਂ। ਸੇ ਵਾਟ ਵੀ ਲਾਈਕ, ਉਹ ਕਹਿਣ ਦੀ ਸੁਤੰਤਰਤਾ ਹੈ। ਵਰਕ ਐਟ ਵਾਟ ਵੀ ਲਾਈਕ ਐਂਡ ਗੋ ਵੇਅਰ ਵੀ ਲਾਈਕ, ਉਹ ਕਹਿਣ ਦੀ ਸੁਤੰਤਰਤਾ ਹੈ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਉਹ ਕੰਮ ਕਰਨ ਦੀ ਸੁਤੰਤਰਤਾ ਹੈ ਜੋ ਅਸੀਂ ਕਰਨਾ ਚਾਹੁੰਦੇ ਹਾਂ। ਠੀਕ ਹੈ ਬੇਟੇ, ਸਮਝ ਆ ਗਈ? ਤਾਂ ਲਿਬਰਟੀ ਕੀ ਹੈ? ਲਿਬਰਟੀ ਦਾ ਫਰੀडम ਟੂ ਥਿੰਕ ਵਾਟ ਵੀ ਲਾਈਕ ਟੂ ਵਾਕ, ਜਾਂ ਵਾਟ ਵੀ ਲਾਈਕ ਟੂ ਗੋ, ਮਤਲਬ ਕਿੱਥੇ ਅਸੀਂ ਆਪਾਂ ਵੇਅਰ ਟੂ ਗੋ, ਜਿੱਥੇ ਆਪਾਂ ਜਾਣਾ ਚਾਹੁੰਦੇ ਹਾਂ। ਡਿਸਿਪਲਿਨ ਇਜ਼ ਦਾ ਟ੍ਰੇਨਿੰਗ ਆਫ ਮਾਈਂਡ ਐਂਡ ਕਰੈਕਟਰ। ਤਾਂ ਕੀ ਹੈ ਬੇਟੇ? ਅਨੁਸ਼ਾਸਨ। ਡਿਸਿਪਲਿਨ ਕੀ ਹੁੰਦਾ? ਅਨੁਸ਼ਾਸਨ, ਦਿਮਾਗ ਅਤੇ ਚਰਿੱਤਰ ਦੀ ਸਿਖਲਾਈ ਹੁੰਦਾ ਹੈ। It trains people to obey rules and order and punish them if they don't। ਤਾਂ ਉਹ ਕੀ ਹੈ? ਲੋਕਾਂ ਨੂੰ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਂਦਾ ਹੈ, ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਉਹਨਾਂ ਨੂੰ ਸਜ਼ਾ ਦਿੰਦਾ ਹੈ। ਤਾਂ ਬੇਟੇ ਡਿਫਰੈਂਸ ਪਤਾ ਲੱਗ ਗਿਆ ਕੀ ਹੈ? ਲਿਬਰਟੀ ਕੀ ਹੈ? ਸੁਤੰਤਰਤਾ ਹੈ। ਔਰ ਡਿਸਿਪਲਿਨ ਕੀ ਹੈ? ਉਹ ਜਿਹੜੇ ਨਿਯਮ ਨੇ, ਜਿਹੜੇ ਕਿ ਆਪਾਂ ਨੂੰ ਜਿਹੜੇ ਜਿਹਦੇ ਤਹਿਤ ਆਪਾਂ ਕੰਮ ਕਰਨਾ ਹੁੰਦਾ ਹੈ। ਇਨ ਸ਼ਾਰਟ, ਡਿਸਿਪਲਿਨ ਇਜ਼ ਏ ਰਿਸਟ੍ਰੇਂਟ ਔਨ ਲਿਬਰਟੀ। ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਸੰਖੇਪ ਵਿੱਚ ਅਨੁਸ਼ਾਸਨ ਆਜ਼ਾਦੀ ਉੱਪਰ ਲਗਾਈ ਗਈ ਇੱਕ ਬੰਦਿਸ਼। ਰਿਸਟ੍ਰੇਂਟ ਕੀ ਹੁੰਦਾ ਹੈ? ਬੰਦਿਸ਼ ਹੈ। ਸੋ ਮੈਨ ਹੈਜ਼ ਏ ਵੈਰੀ ਨੈਚੁਰਲ ਇਨਕਲਾਈਨੇਸ਼ਨ ਟੂ ਅਵੋਇਡ ਇਟ, ਇਸ ਲਈ ਮਨੁੱਖ ਦੇ ਅੰਦਰ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ। ਬਟ ਸਿੰਸ ਐਂਸ਼ੀਅੰਟ ਟਾਈਮਸ ਮੈਨ ਹੈਜ਼ ਨੋ ਆਪਸ਼ਨ ਬਟ ਟੂ ਐਕਸੈਪਟ ਇਟ। ਪਰ ਕੀ ਹੈ? ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਦੇ ਕੋਲ ਇਸ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਇਫ ਐਵਰੀਬੋਡੀ ਡਿਡ ਵਾਟ ਹੀ ਵਾਂਟਡ ਦੇਅਰ ਵੁੱਡ ਬੀ ਏ ਕੰਪਲੀਟ ਡਿਸਆਰਡਰ ਇਨ ਦਾ ਵਰਲਡ। ਕੀ ਕਹਿੰਦੇ ਆ? ਜੇਕਰ ਹਰ ਕੋਈ ਉਹੀ ਕਰਦਾ ਜੋ ਉਸ ਨੂੰ ਪਸੰਦ ਸੀ, ਤਾਂ ਦੁਨੀਆ ਦੇ ਵਿੱਚ ਕੀ ਹੈ? ਪੂਰੀ ਤਰ੍ਹਾਂ ਜਿਹੜਾ ਕੀ ਹੈ? ਅਵਿਵਸਥਾ ਹੁੰਦੀ। ਦੇਅਰ ਵੁੱਡ ਬੀ ਦਾ ਲਾ ਆਫ ਦਾ ਜੰਗਲ, ਤਾਂ ਉੱਥੇ ਕੀ ਹੈ? ਜੰਗਲ ਦਾ ਜਿਹੜਾ ਰਾਜ ਹੁੰਦਾ, ਜੰਗਲ ਰਾਜ ਹੁੰਦਾ, ਕੋਈ ਨਿਯਮ ਜਾਂ ਕਾਨੂੰਨ ਨਾ ਹੁੰਦੇ। ਤਾਂ ਫਰੋਮ ਆਲ ਹਿਸਟਰੀ, ਕੀ ਕਹਿੰਦਾ? ਪੂਰੇ ਇਤਿਹਾਸ ਵਿੱਚੋਂ ਕੀ ਹੈ? ਵੀ ਹੈਵ ਲਰਨਡ ਦੈਟ ਵੈਨ ਐਵਰ ਦਾ ਸੈਂਸ ਆਫ ਆਰਡਰ ਔਰ ਡਿਸਿਪਲਿਨ ਫੇਡਸ ਇਨ ਏ ਨੇਸ਼ਨ ਇਟਸ ਇਕਨੋਮਿਕ ਲਾਈਫ ਡਿਕਲਾਈਨਸ। ਤਾਂ ਪੂਰੇ ਇਤਿਹਾਸ ਤੋਂ ਅਸੀਂ ਕੀ ਸਿੱਖਿਆ ਹੈ ਕਿ ਜਦੋਂ ਵੀ ਕਿਸੇ ਵੀ ਰਾਸ਼ਟਰ ਵਿੱਚੋਂ ਵਿਵਸਥਾ ਅਤੇ ਅਨੁਸ਼ਾਸਨ ਦੀ ਭਾਵਨਾ ਅਲੋਪ ਹੋ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ, ਤਾਂ ਉਸ ਦੇ ਆਰਥਿਕ ਜੀਵਨ ਦਾ ਪਤਨ ਹੋ ਜਾਂਦਾ ਹੈ। ਇਟਸ ਸਟੈਂਡਰਡ ਆਫ ਲਿਵਿੰਗ ਫਾਲਸ ਐਂਡ ਇਟਸ ਸਿਕਿਉਰਿਟੀ ਵੈਨਿਸ਼ਿਸ, ਉਸ ਦਾ ਜੀਵਨ ਪੱਧਰ ਡਿੱਗ ਜਾਂਦਾ ਹੈ ਅਤੇ ਉਸ ਦੀ ਸੁਰੱਖਿਆ ਜਿਹੜੀ ਹੈ ਗਾਇਬ ਹੋ ਜਾਂਦੀ ਹੈ। then the nation goes into the hands of either some more virile militant power or a dictator, then both of them impose their own brand of discipline। ਤਾਂ ਫਿਰ ਕੀ ਹੈ? ਜਿਹੜਾ ਕਿ ਰਾਸ਼ਟਰ ਜਾਂ ਇਸ ਕਿਸੇ ਜ਼ਿਆਦਾ ਤਾਕਤਵਰ ਜਿਹੜਾ ਲੜਾਕੂ ਸ਼ਕਤੀ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਜਾਂ ਕਿਸੇ ਤਾਨਾਸ਼ਾਹ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਫਿਰ ਉਹ ਆਪਣੇ ਕਿਸਮ ਦੇ ਅਨੁਸ਼ਾਸਨ ਨੂੰ ਜ਼ਬਰਦਸਤੀ ਲਾਗੂ ਕਰ ਦਿੰਦੇ ਹਨ। ਤਾਂ ਕੀ ਹੈ ਬੇਟੇ ਅੱਗੇ? ਸਮ ਹਾਊ ਇਵੈਂਚੁਅਲੀ ਡਿਸਿਪਲਿਨ ਇਜ਼ ਅਗੇਨ ਇਨਫੋਰਸਡ। ਹੁਣ ਪ੍ਰਸ਼ਨ ਕੀ ਅਸੀਂ ਇਹ ਸਵੀਕਾਰ ਕਰ ਲਈਏ ਕਿ ਦੇਰ ਸਵੇਰ ਜਿਹੜਾ ਕੀ ਹੈ ਅਨੁਸ਼ਾਸਨ, ਤਾਂ ਆਪਣੀ ਕਿਸਮ ਦੇ ਅਨੁਸ਼ਾਸਨ ਨੂੰ ਜ਼ਬਰਦਸਤੀ ਲਾਗੂ ਕਰ ਦਿੰਦੇ ਹਨ। ਤਾਂ ਉਹ ਡਿਸਿਪਲਿਨ ਜ਼ਬਰਦਸਤੀ ਲਾਗੂ ਕਰ ਸਕਦੇ ਹਨ। ਨਾਓ ਦਾ ਕੁਐਸਚਨ ਇਜ਼ ਨਾਟ, ਤਾਂ ਪ੍ਰਸ਼ਨ ਇਹ ਨਹੀਂ ਹੈ ਕਿ ਸ਼ੈਲ ਵੀ ਐਕਸੈਪਟ ਡਿਸਿਪਲਿਨ, ਕਿ ਸਾਨੂੰ ਡਿਸਿਪਲਿਨ ਨੂੰ ਮੰਨਣਾ ਚਾਹੀਦਾ ਹੈ। ਸੂਨਰ ਔਰ ਲੈਟਰ, ਮਤਲਬ ਕਿ ਦੇਰ ਜਾਂ ਸਵੇਰ, ਮਤਲਬ ਹੁਣ ਜਾਂ ਬਾਅਦ ਵਿੱਚ। ਵੀ ਹੈਵ ਟੂ ਐਕਸੈਪਟ, ਆਪਾਂ ਨੂੰ ਇਹਨੂੰ ਮੰਨਣਾ ਹੀ ਪੈਣਾ ਹੈ। ਸੋ ਦਾ ਕੁਐਸਚਨ ਇਜ਼ ਹਾਊ ਸ਼ੈਲ ਵੀ ਐਕਸੈਪਟ, ਆਪਾਂ ਇਹਨੂੰ ਕਿਵੇਂ ਮੰਨ ਸਕਦੇ ਹਾਂ? ਸ਼ੈਲ ਇਟ ਬੀ ਇੰਪੋਜ਼ਡ ਬਾਈ ਫਿਜ਼ੀਕਲ ਫੋਰਸੀਬਲੀ ਔਰ ਫਿਜ਼ੀਕਲੀ ਵਾਇਲੈਂਸ ਐਂਡ ਫੀਅਰ, ਔਰ ਐਕਸੈਪਟਡ ਬਾਈ ਕੰਸੈਂਟ ਐਂਡ ਅੰਡਰਸਟੈਂਡਿੰਗ। ਤਾਂ ਹੁਣ ਇਹ ਕੀ ਹੈ ਕਿ ਇਹਨੂੰ ਆਪਾਂ ਜਿਹੜਾ ਕਿ ਕਿਵੇਂ ਸਵੀਕਾਰ ਕਰੀਏ? ਕਿ ਇਹ ਸਰੀਰਕ ਹਿੰਸਾ ਜਾਂ ਡਰ ਦੇ ਰਾਹੀਂ ਥੋਪਿਆ ਜਾਵੇ, ਜਾਂ ਸਹਿਮਤੀ ਅਤੇ ਆਪਸੀ ਸਮਝ ਦੇ ਰਾਹੀਂ ਸਵੀਕਾਰ ਕਰ ਲਿਆ ਜਾਵੇ। ਤਾਂ ਹਾਊ ਦਾ ਡਿਸਿਪਲਿਨ ਇੰਪੋਜ਼ ਫੋਰਸਫੁਲੀ ਇਜ਼ ਨਾਟ ਏ ਡਿਸਿਪਲਿਨ। ਤਾਂ ਕੀ ਹੈ? ਜਿਹੜਾ ਕਿ ਤਾਨਾਸ਼ਾਹ ਦੇ ਨਾਲ ਜਿਹੜਾ ਅਨੁਸ਼ਾਸਨ ਆਪਾਂ ਕਿਸ ਲਾਗੂ ਕਰਦੇ ਹਾਂ, ਤਾਂ ਉਹ ਕੀ ਹੈ? ਜਿਹੜਾ ਅਨੁਸ਼ਾਸਨ ਜਿਹੜਾ ਕੀ ਹੈ ਨਹੀਂ ਹੁੰਦਾ।
दैट इज़ डिक्टेटरशिप, वो तानाशाह होंदी है। द डिसिपलिन दैट कम्स फ्रॉम अवर इनसाइड इज़ ए प्योर डिसिपलिन, वो अनुशासन जिहड़ा साडे अंदरों पैदा होंदा है वो की असल विच शुद्ध अनुशासन हुंदा है। Here the writer describes an incident which took place when he was a brand new second lieutenant. Once he was walking on the parade, a private soldier passed him and saluted him. The writer acknowledged his salute with an airy wave of the hands. Just then his colonel came there along with the regimental sergeant major. He rebuked the writer for not returning a salute properly. He punished the writer for this. He said to the major, "Plant your staff in the ground and let Mr. Slim practice until he does know how to return a salute." After about 10 minutes, he called the writer up to him and said, "Now remember, discipline begins with the officers." ਤਾਂ ਕੀ ਹੈ ਇੱਥੇ ਇੱਕ ਲੇਖ ਉਸ ਵੇਲੇ ਦੀ ਘਟਨਾ ਦਾ ਵਰਣਨ ਕਰਦਾ ਹੈ ਜਦੋਂ ਇੱਕ ਨਵਾਂ ਨਕੋਰ ਸੈਕੰਡ ਲੈਫਟੀਨੈਂਟ ਸੀ। ਇੱਕ ਦਿਨ ਉਹ ਪਰੇਡ ਦੇ ਲਈ ਜਾ ਰਿਹਾ ਸੀ। ਇੱਕ ਹੇਠਲੇ ਦਰਜੇ ਦਾ ਫੌਜੀ ਉਸ ਕੋਲੋਂ ਲੰਘਿਆ ਅਤੇ ਉਸਨੇ ਸਲੂਟ ਮਾਰਿਆ। ਲੇਖਕ ਨੇ ਉਸ ਦਾ ਸਲੂਟ ਦਾ ਜਵਾਬ ਆਪਣੇ ਹੱਥ ਹਵਾ ਵਿੱਚ ਲਹਿਰਾਉਂਦੇ ਹੋਏ ਦਿੱਤਾ। ਉਸੇ ਸਮੇਂ ਉਸ ਦਾ ਕਰਨਲ ਰੈਜੀਮੈਂਟਲ ਸਰਜੈਂਟ ਮੇਜਰ ਨੇ ਨਾਲ ਇੱਥੇ ਪਹੁੰਚ ਗਿਆ। ਉਸਨੇ ਸਲੂਟ ਦਾ ਜਵਾਬ ਸਹੀ ਤਰੀਕੇ ਨਾਲ ਨਾ ਦੇਣ ਕਾਰਨ ਲੇਖਕ ਨੂੰ ਝਾੜਿਆ। ਉਸਨੇ ਇਸ ਲਈ ਲੇਖਕ ਨੂੰ ਸਜ਼ਾ ਦਿੱਤੀ। ਉਸਨੇ ਮੇਜਰ ਨੂੰ ਕਿਹਾ, ਆਪਣਾ ਡੰਡਾ ਜ਼ਮੀਨ ਵਿੱਚ ਗੱਡ ਦਿਓ ਅਤੇ ਮਿਸਟਰ ਸਲਿਮ ਨੂੰ ਤਦ ਤੱਕ ਅਭਿਆਸ ਕਰਨ ਦਿਓ ਜਦੋਂ ਤੱਕ ਉਸ ਨੂੰ ਪਤਾ ਨਾ ਚੱਲ ਜਾਵੇ ਕਿ ਸਲਿਊਟ ਦਾ ਜਵਾਬ ਕਿਵੇਂ ਦਿੱਤਾ ਜਾਂਦਾ ਹੈ। ਲਗਭਗ 10 ਮਿੰਟ ਬਾਅਦ ਉਸ ਨੂੰ ਲੇਖਕ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਹੁਣ ਯਾਦ ਰੱਖਣਾ, ਅਨੁਸ਼ਾਸਨ ਦੀ ਸ਼ੁਰੂਆਤ ਅਫਸਰਾਂ ਤੋਂ ਹੁੰਦੀ ਹੈ। If a man holds a position of authority, he must impose discipline on himself first. It is true that if he gives orders, they will be obeyed, but he should keep in mind that he can build up the leadership of his team on the discipline based on the understanding only. In order to inculcate a sense of discipline in the subordinates, an officer must first realize his own responsibility. He must display his standard of discipline in his own life. Only then can be teaching on the instruction have an effect on his subordinates. ਤਾਂ ਕੀ ਹੈ ਬੇਟੇ, ਇਹ ਜਿਹੜਾ ਅਫਸਰ ਹੈ, ਅਫਸਰ ਨੂੰ ਪਹਿਲਾਂ ਜਿਹੜਾ ਉਹ ਡਿਸਿਪਲਿਨ ਜਿਹੜਾ ਮੰਨਣਾ ਪੈਣਾ ਹੈ। ਉਹ ਉਹਨਾਂ ਦੀ ਇੱਕ ਐਗਜ਼ਾਮਪਲ ਸੈੱਟ ਕਰੇਗਾ ਕਿ ਜਿਹੜਾ ਡਿਸਿਪਲਿਨ ਜਾਂ ਅਨੁਸ਼ਾਸਨ ਕਿਵੇਂ ਮੰਨਾਂਗੇ। ਜੇ ਉਹ ਚੰਗੀ ਤਰ੍ਹਾਂ ਡਿਸਿਪਲਿਨ ਮੰਨਣਗੇ ਤਾਂ ਹੀ ਉਸ ਦੇ ਅਧੀਨ ਕਰਮਚਾਰੀ ਜਿਹੜਾ ਡਿਸਿਪਲਿਨ ਚੰਗੀ ਤਰ੍ਹਾਂ ਮੰਨ ਸਕਣਗੇ। ਨੋ ਡਾਊਟ discipline puts some checks on our freedom, but it does not cut down individual freedom. In fact, it is the foundation of all freedom. It makes man truly free. It enables man to live in a community and yet remain individual liberty. So it is not all derogatory for any man or woman. Rather, it is a ennobling. ਤਾਂ ਕੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਨੁਸ਼ਾਸਨ ਸਾਡੀ ਆਜ਼ਾਦੀ ਉੱਪਰ ਕੁਝ ਪਾਬੰਦੀਆਂ ਲਾਉਂਦਾ ਹੈ, ਪਰ ਇਹ ਵਿਅਕਤੀਗਤ ਆਜ਼ਾਦੀ ਵਿੱਚ ਕਿਸੇ ਕਿਸਮ ਦੀ ਕਟੌਤੀ ਨਹੀਂ ਕਰਦਾ। ਵਾਸਤਵ ਵਿੱਚ ਇਹ ਸਮੁੱਚੀ ਸੁਤੰਤਰਤਾ ਦੀ ਨਹੀਂ ਹੁੰਦਾ ਹੈ, ਇਹ ਅਸਲ ਵਿੱਚ ਮਨੁੱਖ ਨੂੰ ਸੁਤੰਤਰ ਬਣਾਉਂਦੀ ਹੈ। ਤਾਂ ਇਹ ਕਿਸੇ ਪੁਰਸ਼ ਜਾਂ ਇਸਤਰੀ ਦੇ ਲਈ ਅਪਮਾਨਜਨਕ ਨਹੀਂ ਹੈ, ਸਗੋਂ ਇਹ ਤਾਂ ਮਹਾਨ ਬਣਾਉਣ ਵਾਲਾ ਹੈ। ਤਾਂ ਅੱਗੇ ਬੇਟੇ ਆਪਾਂ ਕਰਦੇ ਹਾਂ, ਬਟ ਇਟ ਇਜ਼ ਵੈਰੀ ਸੈਡ। हाँ जी, विदाउट डिसिप्लिन नो नेशन कैन ओवरकम एनी इकोनॉमिक और मिलिट्री क्राइसिस। कि अनुशासन के बगैर कोई भी राष्ट्र किसी आर्थिक या सैनिक संकट पर काबू नहीं पा सकता। डेमोक्रेसी मीनस दैट रिस्पोंसिबिलिटी इज़ डिसेंट्रलाइज्ड। ਤਾਂ ਕੀ ਇਹ ਲੋਕਤੰਤਰ ਦਾ ਅਰਥ ਹੈ ਜ਼ਿੰਮੇਵਾਰੀ ਦਾ ਵਿਕੇਂਦਰੀਕ੍ਰਿਤ ਹੋਣਾ ਜਾਂ ਸ਼ਕਤੀਆਂ ਦੀ ਵੰਡ ਹੋਣਾ। ਐਂਡ ਨਾਓ ਵਨ ਕੈਨ ਅਵਾਇਡ ਡੂਇੰਗ ਸਮਥਿੰਗ ਹੀ ਸ਼ੁੱਡ ਡੂ। ਤਾਂ ਕੀ ਹੈ, ਅਤੇ ਜੇ ਕੋਈ ਵਿਅਕਤੀ ਉਸ ਕੰਮ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਜੋ ਕੰਮ ਕਰਨ ਦੀ ਉਮੀਦ ਉਸ ਕੋਲੋਂ ਕੀਤੀ ਜਾਂਦੀ ਹੈ। ਬਟ ਇਟ ਇਜ਼ ਵੈਰੀ ਸੈਡ ਦੈਟ ਮੈਨੀ ਆਫ ਅਸ ਸ਼ਰਿੰਕ ਅਵਰ ਸ਼ੇਅਰ ਆਫ ਵਰਕ। ਤਾਂ ਕੀ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚ ਬਹੁਤ ਸਾਰੇ ਲੋਕ ਆਪਣੇ ਹਿੱਸੇ ਦਾ ਕੰਮ ਤੋਂ ਜਿਹੜਾ ਕੀ ਹੈ ਜੀ ਚਲਾਉਂਦੇ ਹਨ। But all that takes discipline, pure discipline that comes from inside. We think more of liberty than of responsibility. We should always keep in mind that we can never get anything without paying something